ਤੁਸੀਂ ਆਪਣੇ ਆਪ ਨੂੰ ਆਪ ਹੀ ਕਿਵੇਂ ਕਹਿ ਸਕਦੇ ਆ ਕਿ ਵਾਰਿਸ ਪੰਜਾਬ ਦੇ, ਜਿਹੜਾ ਇਹਦੇ ਵਿੱਚ ਆ ਗਿਆ ਉਹ ਤੇ ਪੰਜਾਬ ਦਾ ਵਾਰਿਸ, ਬਾਕੀ ਉਂਝ ਹੀ ਡੰਡੇ ਵਜਾਉਂਦੇ ਫਿਰਨ। ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਕਿ ਕਿਸਾਨਾਂ ਦੀਆਂ ਸ਼ਹੀਦੀਆਂ ਤੇ ਸ਼ਹੀਦੀਆਂ ਨਹੀਂ ਤੇ ਤੁਹਾਡੀਆਂ ਜਿਹੜੀਆਂ ਸਰਕਾਰ ਦੀਆਂ ਸੇਵਾ ਕਰਨ ਦੇ ਪਿਉਂਤੜੇ ਆ ਉਹ ਕੁਰਬਾਨੀਆਂ। ਪਲੇਅਰਾਂ ਨੂੰ ਆ ਕੇ ਲੰਚ ਦੇ ਦਿੱਤਾ ਤੇ ਉਹਦੇ ਵਾਂਗੂ ਕੜਛੀ ਫੇਰ ਕੇ ਤੇ ਬਸ ਪਾਰਟੀ ਬਣ ਜਾਣੀ ਆ। ਇਹ ਬਣੀ ਬਣਾਈ ਗੱਡੀ 'ਚ ਚੜ੍ਹਨਾ ਸੌਖਾ, ਆਪਣੀ ਗੱਡੀ ਬਣਾਉਣੀ ਬੜੀ ਔਖੀ ਆ। ਉਹ ਆਪਣੇ ਆਪ ਨੂੰ ਮਹਾਰਾਜਾ ਵੀ ਸਮਝੀ ਜਾਵੇ, ਕੈਪਟਨ ਵੀ ਸਮਝੀ ਜਾਵੇ ਤੇ ਚੀਫ ਮਿਨਿਸਟਰ ਨਾ ਸਮਝੇ। ਢੀਂਡਸੇ ਹੋਣੀ ਪਹਿਲਾਂ ਹੀ ਆਪਣੀ ਕੁੱਲੀ ਪਾਈ ਬੈਠੇ ਆ, ਕੋਈ ਦੁਕਾਨ ਤੇ ਸੌਦਾ ਨਹੀਂ ਲੈਣ ਆਉਂਦਾ, ਜਿਹੜਾ ਵੀ ਕੋਈ ਲਾਗੋਂ ਦੀ ਲੰਘਦਾ ਉਹ ਕਹਿੰਦੇ ਆ ਜਾ ਆ ਜਾ। ਜੇ ਉਹ ਸੱਚੀ ਦੇਸ਼ ਭਗਤ ਆ ਤੇ ਮੈਨੂੰ ਇਹ ਦੱਸੇ ਕਿ ਆਰਮੀ 'ਚੋਂ ਆਇਆ ਕੀ ਲੈਣ ਸੀ, ਇਹ ਪੋਲੀਟਿਕਸ ਕੀ ਲੈਣਾ, ਉੱਥੇ ਸ਼ਹੀਦ ਹੁੰਦਾ। ਪੈਸਾ ਤੁਹਾਨੂੰ ਅਸੀਂ ਖੁੱਲ੍ਹਾ ਦੇਵਾਂਗੇ, ਆਹ ਦੇਖੋ ਸਾਡੇ ਕੋਲ ਕਮਰੇ ਭਰੇ ਪਏ ਨੋਟਾਂ ਦੇ, ਜੇ ਹੁਣੇ ਚੁੱਕ ਕੇ ਲਿਜਾਣੇ ਹੁਣੇ ਲੈ ਜਾਓ, ਬਾਅਦ 'ਚ ਲਿਜਾਣੇ ਬਾਅਦ 'ਚ ਲੈ ਜਾਓ। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦਰਸ਼ਕੋ, ਪੰਜਾਬ ਦੇ ਵਿੱਚ ਹਾਲੇ 2022 ਦੇ ਵਿੱਚ ਚੋਣਾਂ ਹੋਣੀਆਂ ਨੇ। ਉਸ ਤੋਂ ਪਹਿਲਾਂ ਹੀ ਸਿਆਸਤ ਗਰਮਾਈ ਹੋਈ ਹੈ। ਅਸਤੀਫਿਆਂ ਦਾ ਦੌਰ ਚੱਲ ਰਿਹਾ ਤੇ ਕਈ ਰੁੱਸ ਰਹੇ ਨੇ ਤੇ ਕਈਆਂ ਨੂੰ ਮਨਾਇਆ ਜਾ ਰਿਹਾ ਹੈ ਤੇ ਕਈ ਨਵੀਆਂ ਪਾਰਟੀਆਂ ਵੀ ਹੋਂਦ ਦੇ ਵਿੱਚ ਆ ਰਹੀਆਂ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੀ ਸਿਆਸਤ ਬਾਰੇ ਗੱਲ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨਾਲ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ। ਦੀਪ ਸਿੱਧੂ ਵੱਲੋਂ ਜਥੇਬੰਦੀ ਬਣਾਈ ਗਈ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਯਾਨੀ ਥੋੜ੍ਹਾ ਜਿਹਾ ਇੰਝ ਲੱਗਦਾ ਕਿ ਜ਼ਿਆਦਾ ਐਰੋਗੈਂਸ ਹੈਗੀ ਆ। ਵਾਰਿਸ ਪੰਜਾਬ ਦਾ ਕੌਣ ਹੁੰਦਾ? ਤੁਸੀਂ ਪਾਰਟੀ ਦਾ ਨਾਂ ਵਾਰਿਸ ਪੰਜਾਬ ਦੇ ਰੱਖਿਆ, ਇਹਦਾ ਮਤਲਬ ਕਿ ਹੁਣ ਦੀਪ ਸਿੱਧੂ ਤੇ ਉਹਦੇ ਨਾਲ ਦੇ ਵਾਰਿਸ ਪੰਜਾਬ ਦੇ ਹੋ ਗਏ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਤੁਸੀਂ ਪਾਰਟੀ ਦਾ ਜਦੋਂ ਨਾਂ ਰੱਖਣਾ ਤਾਂ ਕੋਈ ਇਹੋ ਜਿਹਾ ਰੱਖੋ ਕਿ ਜਿਹੜਾ ਆਪਣੇ ਆਪ ਨੂੰ ਉਚਿਆਉਂਦਾ ਨਾ ਹੋਵੇ, ਨਵਿਆਉਂਦਾ ਹੋਵੇ। ਇਹ ਸਿੱਖੀ ਦੇ ਵਿੱਚ ਨਿਮਰਤਾ, ਫਿਰ ਸਾਰਿਆਂ ਦੀ ਸੁਣਨੀ, ਸਾਰਿਆਂ ਨੂੰ ਸੁਣਾਉਣੀ, ਇਸ ਕਿਸਮ ਦੀ ਜਿਹੜੀ ਉਹਦੇ 'ਚ ਆਉਣਾ ਚਾਹੀਦਾ ਸੀਗਾ। ਮੈਨੂੰ ਆਪ ਉਦੋਂ ਥੋੜ੍ਹਾ ਜਿਹਾ ਅਜੀਬ ਜਿਹਾ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਆਪ ਹੀ ਕਿਵੇਂ ਕਹਿ ਸਕਦੇ ਆ ਕਿ ਵਾਰਿਸ ਪੰਜਾਬ ਦੇ, ਜਿਹੜਾ ਇਹਦੇ ਵਿੱਚ ਆ ਗਿਆ ਉਹ ਤੇ ਪੰਜਾਬ ਦਾ ਵਾਰਿਸ, ਬਾਕੀ ਉਂਝ ਹੀ ਡੰਡੇ ਵਜਾਉਂਦੇ ਫਿਰਨ। ਨੌਜਵਾਨ ਆ, ਸਿੱਖ ਜਾਣਗੇ, ਕੋਈ ਗੱਲ ਨਹੀਂ। ਇਹ ਗਲਤੀਆਂ ਕਰ ਕਰ ਹਰ ਬੰਦਾ ਸਿੱਖਦਾ। ਅਸੀਂ ਵੀ ਜਦੋਂ ਉਸ ਉਮਰ 'ਚ ਹੁੰਦੇ ਸੀ ਬਥੇਰਾ ਇਹੋ ਜਿਹੇ ਬਾਜਾਂ ਵਾਲੀਆਂ ਅਡਾਰੀਆਂ ਮਾਰਦੇ ਸੀਗੇ, ਪਰ ਉਹ ਇੰਨਾ ਨੌਜਵਾਨ ਵੀ ਨਹੀਂ ਹੈ। 26 ਜਨਵਰੀ ਤੋਂ ਬਾਅਦ ਤੇ ਸਿਆਣੇ ਹੋ ਜਾਣਾ ਚਾਹੀਦਾ। ਉਹ ਇੱਕ ਜਿਹੜੀ ਕੈਲਕੂਲੇਟਡ ਬਹੁਤ ਵੱਡੀ ਗਲਤੀ ਕੀਤੀ ਸੀਗੀ ਔਰ ਮੈਨੂੰ ਐਂ ਲੱਗਦਾ ਕਿ ਉਹ ਇੱਕ ਇਤਿਹਾਸਿਕ ਗਲਤੀ ਕੀਤੀ ਸੀ। ਕਿਉਂ? ਇਹ ਮੂਵਮੈਂਟ ਇਤਿਹਾਸਿਕ ਆ। ਤੁਸੀਂ ਸਾਰੀ ਸਮੁੱਚੀ ਕਿਸਾਨੀ ਦੀ ਲੀਡਰਸ਼ਿਪ ਦੇ ਵਿਰੋਧ ਵਿੱਚ ਜਾ ਕੇ ਅਸੀਂ ਜਾਣਾ ਲਾਲ ਕਿਲੇ, ਅਸੀਂ ਜਾਣਾ ਲਾਲ ਕਿਲੇ, ਤੇ ਬਾਅਦ ਵਿੱਚ ਲੁਕਦੇ ਫਿਰੋ। ਫੜਿਆ ਤੁਹਾਨੂੰ ਕਿਤੇ ਹੋਰ ਹੀ। ਤੁਸੀਂ ਖੜੇ ਰਹਿੰਦੇ ਊਧਮ ਸਿੰਘ ਵਾਂਗੂ ਕਿ ਆਹ ਸਾਡਾ ਏਜੰਡਾ, ਅਸੀਂ ਨਹੀਂ ਕਿਸੇ ਦੀ ਪਰਵਾਹ ਕਰਦੇ ਤੇ ਅਸੀਂ ਆ ਗਏ ਹਾਂ ਦਿੱਲੀ, ਅਸੀਂ ਹੁਣ ਦਿੱਲੀੋਂ ਤਾਂ ਜਾਵਾਂਗੇ ਜਾਂ ਸਾਨੂੰ ਫੜ ਕੇ ਲੈ ਜਾਓ, ਫਾਂਸੀ ਲਾਉਣੀ ਫਾਂਸੀ ਲਾ ਦਿਓ। ਜੇ ਤੁਸੀਂ ਆਪਣੀ ਦਬੰਗੀ ਦਿਖਾਉਣੀ ਆ ਔਰ ਸਰਕਾਰ ਵਿਰੁੱਧ ਆਪਣਾ ਤੁਸੀਂ ਕਿਸੇ ਨਾ ਕਿਸੇ ਕਿਸਮ ਦਾ ਗੁੱਸਾ ਇਜ਼ਹਾਰ ਕਰਨਾ ਔਰ ਆਪਣੀ ਸੱਚਾਈ ਦੀ ਤਾਕਤ ਨੂੰ ਉੱਥੇ ਤੱਕ ਪਹੁੰਚਾਉਣਾ ਤੇ ਲੋਕਾਂ ਦੇ ਮਨ ਜਿੱਤਣੇ ਆ, ਫਿਰ ਭੱਜੀ ਦਾ ਨਹੀਂ ਹੈਗਾ। ਫਿਰ ਬਾਅਦ 'ਚ ਇਹ ਨਹੀਂ ਕਹਿੰਦੇ ਵੀ ਮੈਂ ਤਾਂ ਵੈਸੇ ਹੀ ਕਿਸੇ ਨੂੰ ਮਿਲਣ ਆਇਆ ਸੀ, ਉੱਥੇ ਤੁਹਾਨੂੰ ਤੁਸੀਂ ਮੇਰੀ ਫੋਟੋ ਵੇਖ ਲਈ ਅਤੇ ਉਹ ਦੇਖੋ ਜੀ ਮੈਂ ਤਾਂ ਬਿਲਕੁਲ ਗਊ ਹੈਗਾ ਨਾ। ਫਿਰ ਇਸ ਤਰ੍ਹਾਂ ਨਾ ਕਰੋ। ਸਾਂਢ ਵਾਂਗੂ ਜੇ ਬੜਕ ਮਾਰਦੇ ਆ ਫਿਰ ਗਊ ਦੇ ਜਾਏ ਨਾ ਬਣੋ, ਫਿਰ ਸਾਂਢ ਹੀ ਰਹੋ। ਇਸ ਲਈ ਦਮਨ ਸਿੱਖਣਾ ਚਾਹੀਦਾ। ਕੋਈ ਜ਼ਿੰਦਗੀ 'ਚ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਨੂੰ ਸਾਰੀ ਉਮਰ ਨਮੋਸ਼ੀ ਝੱਲਣੀ ਪਏ। ਕਿੰਨੇ ਲੋਕਾਂ ਦੇ ਅਰਮਾਨ ਉਸ ਮੂਵਮੈਂਟ ਦੇ ਨਾਲ ਹੈਗੇ, ਅੱਜ ਵੀ ਹੈਗੇ, ਉਦੋਂ ਵੀ ਸੀ, ਪਰ ਜੋ ਜੋਸ਼ 26 ਜਨਵਰੀ ਤੋਂ ਪਹਿਲਾਂ ਤੱਕ ਦਾ ਸੀਗਾ ਉਹ ਦੁਬਾਰਾ ਮੁੜ ਕੇ ਉਸ ਪੱਧਰ 'ਤੇ ਨਹੀਂ ਬਣ ਸਕਿਆ। ਕੌਣ ਜ਼ਿੰਮੇਵਾਰ ਆ? ਇਹ ਵਾਰਿਸ ਪੰਜਾਬ ਦੇ। ਸਰ, ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ ਹੈਗਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਫਿਰ ਇਹਨਾਂ ਨੂੰ ਕਹਿ ਦਿੰਦੇ ਜਿੰਦਾ ਸ਼ਹੀਦ ਹੈ। ਜੇ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ, ਇਹ ਕਿਸੇ ਹੋਰ ਨੇ ਵੀ ਕਿਹਾ ਸੀਗਾ ਇੱਥੋਂ, ਬੀਜੇਪੀ ਦੇ ਨੇ, ਹਰਿਆਣੇ ਤੋਂ। ਅਸੀਂ ਤਾਂ ਕਹਿ ਰਹੇ ਹਾਂ ਬੀਜੇਪੀ ਦੇ ਬੰਦੇ ਆ, RSS ਦੇ ਭੇਜੇ ਬੰਦੇ ਆ। ਨਹੀਂ ਤਾਂ ਜਿਹੜੀ ਇੱਕ ਬਿਲਕੁਲ ਅਨਪੜ੍ਹ ਸਧਾਰਨ ਬੱਚੇ ਨੂੰ ਔਰ ਪੇਂਡੂ ਬੰਦੇ ਨੂੰ ਵੀ ਜਿਹੜੀ ਸਮਝ ਆ ਰਹੀ ਸੀ ਕਿ ਲੀਡਰਸ਼ਿਪ ਦੇ ਵਿੱਚ ਰਹਿ ਕੇ ਕੰਮ ਕਰਨਾ,
ਤੁਸੀਂ ਲੀਡਰਸ਼ਿਪ ਨੂੰ ਪਰਾਂ ਰੱਖ ਕੇ ਨਹੀਂ ਕੋਈ ਕੰਮ ਕਰਨਾ ਹੈਗਾ। ਤੁਸੀਂ ਪਹਿਲੇ ਆ ਕੇ ਰਾਤ ਨੂੰ ਸਟੇਜ 'ਤੇ ਧਮੱਚੜਾ ਪਾ ਕੇ ਕੀਤਾ। ਕੀ ਇਹ ਬੀਜੇਪੀ ਦੇ ਹੱਥਾਂ 'ਚ ਖੇਡਣ ਵਾਲੀ ਗੱਲ ਨਹੀਂ ਸੀ? ਕੀ ਤੁਸੀਂ ਮੂਵਮੈਂਟ ਨੂੰ ਉਦੋਂ ਕਮਜ਼ੋਰ ਕਰਕੇ ਔਰ ਸਾਰੀ ਕਿਸਾਨਾਂ ਦੀ ਜ਼ਿੰਦਗੀਆਂ ਨੂੰ ਤੁਸੀਂ ਰਿਸਕ ਵਿੱਚ ਪਾ ਕੇ ਕੀ ਤੁਸੀਂ ਬੀਜੇਪੀ ਦੇ ਹੱਥ ਮਜ਼ਬੂਤ ਨਹੀਂ ਕੀਤੇ? ਹੁਣ ਇਹ ਬੀਜੇਪੀ ਦੇ ਬੰਦੇ ਪੰਜਾਬ ਦੇ ਵਾਰਿਸ ਹੋਣਗੇ? ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਕਿ ਕਿਸਾਨਾਂ ਦੀਆਂ ਸ਼ਹੀਦੀਆਂ ਨਹੀਂ ਤੇ ਤੁਹਾਡੀਆਂ ਜਿਹੜੀਆਂ ਸਰਕਾਰ ਦੀਆਂ ਸੇਵਾ ਕਰਨ ਦੇ ਪਿਉਂਤੜੇ ਆ ਉਹ ਕੁਰਬਾਨੀਆਂ, ਹੱਦ ਹੋ ਗਈ ਹੈ। ਲੋਕ ਸਾਰੇ ਕੁਝ ਪਛਾਣਦੇ। ਲੋਕ ਤੇ ਚੂਹੇ ਦੇ ਰੁੱਡ ਵਿੱਚ ਕੀ ਹੋ ਰਿਹਾ ਉਹ ਵੀ ਸੁੰਘ ਕੇ ਲੱਭ ਲੈਂਦੇ ਆ। ਇਹ ਕੀ ਸਮਝਦੇ ਆ ਕਿ ਜੇ ਤੁਹਾਡੀ ਹੁਣ ਐਕਟਿੰਗ ਫੇਲ ਹੋ ਗਈ ਉੱਥੇ, ਜੇ ਤੁਹਾਡੀ ਦਿੱਲੀ ਉੱਥੇ ਬੰਬੇ ਦੇ ਵਿੱਚ ਇੰਡਸਟਰੀ ਦਾ ਪੱਠਾ ਬਹਿ ਗਿਆ ਕਿਉਂਕਿ ਥੀਏਟਰ ਹੀ ਬੰਦ ਆ, ਫਲॉप ਹੋ ਰਿਹਾ ਸਾਰਾ ਕੁਝ। ਹੋਰ ਵੀ ਕਈ ਬੀਬੀਆਂ ਭਰਾ ਉੱਥੋਂ ਨਿਕਲ ਕੇ ਆਏ ਆ, ਕਈ ਗਾਉਣ ਵਾਲੇ ਵੀ ਆਏ ਆ, ਉਹ ਵੀ ਸਟੇਜਾਂ 'ਤੇ ਬੋਲੇ ਆ। ਕਈਆਂ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ। ਉਹ ਸਮਝ ਗਏ ਕਿ ਇਸ ਵੇਲੇ ਕਿਸਾਨਾਂ ਦੀ ਬੋਲੀ ਬੋਲਣੀ ਚਾਹੀਦੀ ਆ। ਇਸ ਵੇਲੇ ਸਾਨੂੰ ਉਹਨਾਂ ਦੀ ਰਹਿਨਮਾਈ 'ਚ ਜੋ ਵੀ ਗੀਤ ਲਿਖਣੇ ਗਾਉਣੇ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ। ਅਸੀਂ ਉਹਨਾਂ ਦੇ ਪਿੱਛੇ ਆ, ਉਹ ਸਾਡੇ ਲੀਡਰ ਆ। ਇਹਨਾਂ ਤੇ ਹੋਰ ਹੀ ਪਸੂੜੀ ਪਾਤੀ ਸੀਗੀ। ਹੁਣ ਇਹਨਾਂ ਨੂੰ ਉੱਥੇ ਪਾਈਆਂ ਹੋਈਆਂ ਸ਼ਹੀਦੀਆਂ ਤੇ ਕੁਰਬਾਨੀਆਂ ਤੋਂ ਵੀ ਪਿੱਠ ਦਿਖਾਉਂਦੇ ਆ। ਕਿਹਦੀ ਸੇਵਾ ਕਰ ਰਿਹਾ? ਬੀਜੇਪੀ ਦੀ। ਤੇ ਤੁਸੀਂ ਹੁਣ ਵੀ ਜਿਹੜੇ ਇਹ ਵਾਰਿਸ ਪੰਜਾਬ ਦੇ ਆ, ਦਿੱਲੀੋਂ ਥਾਪੇ ਗਏ ਹੋਣਗੇ। ਮਾੜਾ ਜੀ ਤੁਸੀਂ ਇਨਕੁਆਇਰੀ ਕਰ ਲਿਓ, ਤੁਸੀਂ ਤਾਂ ਮੀਡੀਆ ਵਾਲੇ ਆ, ਸਾਰਾ ਪਤਾ ਲੱਗ ਜੂਗਾ ਕਿ ਕਿਹਨੇ ਇਹਨਾਂ ਨੂੰ ਵਾਰਿਸ ਪੰਜਾਬ ਦੇ ਬਣਾ ਕੇ ਪੰਜਾਬ ਦੇ ਵਿੱਚ ਭੇਜਿਆ 2022 ਦੀਆਂ ਚੋਣਾਂ ਲਈ। ਜੀ ਸਰ, ਇਹ ਵੀ ਕਿਹਾ ਜਾਂਦਾ ਹੈਗਾ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਜਿਹੜੀ ਹੈ ਆਪਸ ਦੇ ਵਿੱਚ ਇੱਕ ਮੀਟਿੰਗ ਵੀ ਕਰਵਾਈ ਗਈ ਸੀਗੀ, ਪਰ ਉਹ ਬੇਸਿੱਟਾ ਰਹੀ ਸੀਗੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹੀ ਇਹਨਾਂ ਦੇ ਆਕਾ, ਉਹੀ ਜਿਨ੍ਹਾਂ ਨੂੰ ਦਰਦ ਆ, ਉਹੀ ਬੰਦੇ ਜਿਹੜੇ ਇਹਨਾਂ ਦੇ ਪਿੱਛੇ ਬ੍ਰੇਨ ਹੈਗੇ, ਮਾਈਂਡ ਹੈਗੇ ਆ, ਜਿਹੜੇ ਕਹਿੰਦੇ ਸੀ ਇਹ ਜੇ ਬੱਚਾ ਜੀ ਦੁੱਧ ਪੀਂਦਾ, ਇਹ ਅਜੇ ਕੋਈ ਗੱਲ ਨਹੀਂ ਹੈ। ਦੀਪ ਸਿੱਧੂ ਅਜੇ ਕਾਕਾ ਹੈਗਾ, ਗੋਦੀ 'ਚ ਖੇਲਦਾ। ਹੱਦ ਹੋ ਗਈ ਆ। ਤੁਸੀਂ ਮੂਵਮੈਂਟ ਨੂੰ ਤਬਾਹ ਕਰਵਾ ਕੇ ਅਜੇ ਵੀ ਉਹਨੂੰ ਬੱਚਾ ਹੀ ਕਹੀ ਜਾਂਦੇ ਆ। ਫਿਰ ਕਦੋਂ ਵੱਡਾ ਹੋਣਾ ਉਹਨੇ? ਜੇ ਬੱਚਾ ਤੇ ਉਹਨੂੰ ਫਿਰ ਗੋਦੀ 'ਚ ਪੰਘੂੜੇ 'ਚ ਬਿਠਾ ਕੇ ਝੂਟੇ ਦਿਓ ਨਾ ਜੀ। ਫਿਰ ਤੁਸੀਂ ਉਹਨੂੰ ਮੂਵਮੈਂਟ ਉਹਦੇ ਹੱਥ 'ਚ ਕਿਉਂ ਬਣਾ ਰਹੇ? ਪੰਜਾਬ ਦੇ ਵਾਰਸ ਕਿਵੇਂ ਬਣਾ ਰਹੇ ਆ? ਹੁਣ ਜਦੋਂ ਵੀ ਤੁਸੀਂ, ਮੈਂ ਕਿਸੇ ਦੇ ਵਿਰੁੱਧ ਨਹੀਂ, ਹਰ ਇੱਕ ਨੂੰ ਹਰ ਚੀਜ਼ ਦਾ ਅਧਿਕਾਰ ਆ। ਲੱਖਾ ਸਿਧਾਣਾ ਦਾ ਜਦੋਂ ਮੈਨੂੰ ਤੁਸੀਂ ਨਾਂ ਦੇਖਦੇ, ਇਹ ਇਕੱਠੇ ਸੀਗੇ, ਉਸੇ ਸਟੇਜ 'ਤੇ ਸੀਗੇ। ਮੈਂ ਤਾਂ ਤੁਸੀਂ ਵੀ ਠੀਕ ਰੈਫਰੈਂਸ ਲੈ ਕੇ ਆਏ ਆ। ਲੱਖੇ ਜਦੋਂ ਇਹ ਕਰ ਰਿਹਾ ਸੀ, ਲੱਖੇ ਸਿਧਾਣੇ ਨੂੰ ਰੋਕਣਾ ਚਾਹੀਦਾ ਸੀ। ਦੀਪ ਸਿੱਧੂ ਨੂੰ ਕਹਿਣਾ ਚਾਹੀਦਾ ਸੀ ਕਿ ਦੇਖ ਭਰਾਵਾ, ਮੇਰਾ ਤਾਂ ਪਹਿਲਾਂ ਹੀ ਨਾਂ ਬਦਨਾਮ ਆ। ਮੈਨੂੰ ਅੱਜ ਵੀ ਮੀਡੀਆ ਦੇ ਵਿੱਚ ਜਦੋਂ ਵੀ ਯਾਦ ਕਰਦੇ ਆ, ਗੈਂਗਸਟਰ ਟਰਨਡ ਸੋਸ਼ਲ ਐਕਟੀਵਿਸਟ, ਮਤਲਬ ਜਿਹੜਾ ਪਹਿਲਾਂ ਗੈਂਗਸਟਰ ਸੀਗਾ ਹੁਣ ਉਹ ਸਮਾਜ ਸੇਵੀ ਬਣਿਆ ਹੋਇਆ। ਇੰਝ ਲਿਖਦੇ, ਕਦੀ ਨਹੀਂ ਲਿਖਦੇ ਕਿ ਸਮਾਜ ਸੇਵੀ, ਜਾਣੀ ਉਹ ਪਿੱਛੇ ਪੂਛ ਜਿਹੜੀ ਪੁਰਾਣੀ ਆ ਨਾਲ ਲਾ ਕੇ ਕਰ। ਤੇ ਇਹਨੂੰ ਕਹਿਣਾ ਚਾਹੀਦਾ ਉਹ ਕਾਕਾ ਗੱਲ ਸੁਣ ਬੱਚਿਆ, ਕਿਉਂਕਿ ਤੂੰ ਅੱਜ ਕਹਿੰਦੇ ਨਾ ਉਹ ਬੱਚਾ ਆ, ਇਸ ਕਰਕੇ ਆ ਲੈ ਲੋਲੀਪੌਪ, ਤੂੰ ਇਹਨੂੰ ਚੂਸ, ਆਹ ਕੰਮ ਨਾ ਕਰ। ਮੈਂ ਸਿਆਣਾ, ਆਪ ਹੀ ਸਿਆਣਾ ਬਣਦਾ। ਉਹਨਾਂ ਨੂੰ ਕਹਿੰਦਾ ਕਿ ਦੇਖ ਦੀਪ, ਇਹ ਦੀਪਾਂ ਵਾਲੀ ਗੱਲ ਨਹੀਂ ਹੈਗੀ, ਇਹ ਤਾਂ ਹਨੇਰਾ ਕਰ ਦੇਂਗਾ ਤੂੰ ਜੀ। ਹਾਂ, ਇਹ ਦੀਪ ਵਾਲੀ ਗੱਲ ਨਹੀਂ ਹੈ। ਦੀਪ ਜਗਦਾ ਤੂੰ ਬੁਝਾ ਦੇਂਗਾ। ਮੈਨੂੰ ਤਾਂ ਪਹਿਲਾਂ ਹੀ ਲੋਕ ਬਦਨਾਮ ਆ। ਮੈਂ ਆਪਣੇ 'ਚ ਬੜੀ ਮੁਸ਼ਕਲ ਨਾਲ ਲੋਕਾਂ ਦੇ ਵਿੱਚ ਆਪਣੀ ਛਵੀ ਜਿਹੜੀ ਆ ਠੀਕ ਕਰ ਰਿਹਾ। ਮੈਂ ਲੋਕਾਂ 'ਚ ਜਾਣਾ, ਮੈਂ ਚੋਣਾਂ ਵੀ ਲੜਨੀਆਂ, ਮੈਂ ਪਾਰਟੀ ਵੀ ਬਣਾ ਸਕਦਾ, ਮੈਂ ਕਿਸੇ ਪਾਰਟੀ ਦੀ ਟਿਕਟ ਤੋਂ ਵੀ ਲੜ ਸਕਦਾ। ਪਰ ਰੱਬ ਦਾ ਵਾਸਤਾ ਆ ਦੁਬਾਰਾ ਕੰਮ ਨਾ ਕਰ। ਮੈਨੂੰ ਆਪਣੇ ਛਿੱਟੇ ਧੋਣ ਲਈ ਪਤਾ ਨਹੀਂ ਕਿੰਨਾ ਹੋਰ ਸਾਬਣ ਲਾਉਣਾ ਪਊ। ਜਿਹੜੇ ਬੰਦੇ ਗਏ ਆ, ਮੈਨੂੰ ਤਾਂ ਲੱਗਦਾ ਉਹਨਾਂ ਦੀ ਵੀ ਕੋਈ ਪਲੈਨਿੰਗ ਆ ਜੀ। ਉਹਨਾਂ ਦੇ ਪਿੱਛੇ ਵੀ ਕੋਈ ਉਹਨਾਂ ਤੋਂ ਕਰਵਾ ਰਿਹਾ। ਉਹ ਪਿੱਛੇ ਕਿੱਥੇ ਆ? ਉਹ ਦੇਸ਼ ਦੇ ਅੰਦਰ ਆ, ਵਿਦੇਸ਼ਾਂ 'ਚ ਆ, ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਆ ਜਾਂ ਪੰਜਾਬ ਦੇ ਵਿੱਚ ਆ। ਇਹ ਤੁਸੀਂ ਤਹਿਕੀਕਾਤ ਕਰੋ। ਪਰ ਇਹ ਇੰਨਾ ਬਚਪਨਾ ਤੇ ਇਨੋਸੈਂਸ ਵੀ ਨਹੀਂ ਹੈ, ਜਿਹਨੂੰ ਤੁਸੀਂ ਕਹਿੰਦੇ ਇੰਨੀ ਨਿਦਾਨਗੀ ਵੀ ਨਹੀਂ ਹੈ ਕਿ ਐਵੇਂ ਜੀ ਸਹਿ ਸੁਭਾਅ ਪਿੰਡਾਂ ਦੇ ਵਿੱਚ ਦੋ ਨਿਆਣਿਆਂ ਦੀਆਂ ਬੰਟਿਆਂ 'ਤੇ ਲੜਾਈ ਹੋ ਗਈ ਸੀਗੀ ਅਤੇ ਇੱਕ ਸਿਆਣੇ ਨੇ ਉਹ ਕਾਕਾ ਲੜਦੇ ਕਿਉਂ ਆ, ਜਾਓ ਜਾ ਕੇ ਘਰ ਜਾ ਕੇ ਦੁੱਧ ਪੀਓ। ਇਸ ਤਰ੍ਹਾਂ ਦਾ ਨਹੀਂ ਹੈ। ਵੱਡੀ ਮੂਵਮੈਂਟ ਨੂੰ ਵੱਡੀ ਢਾਲ ਲਾਉਣ ਤੋਂ ਬਾਅਦ ਜੇ ਕੋਈ ਉਹੋ ਜਿਹੇ ਬੰਦਿਆਂ ਦਾ ਫਿਰ ਸਮਝੌਤਾ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੇਂ ਤਾਕਤ ਦੇ ਤੌਰ 'ਤੇ, ਇੱਕ ਨਵੇਂ ਪਲੇਟਫਾਰਮ ਦੇ ਤੌਰ 'ਤੇ ਉਹਨਾਂ ਨੂੰ ਉਤਾਰਨਾ ਚਾਹੁੰਦਾ, ਅਤੇ ਜਿਹੜੇ ਉਹ ਉਤਾਰਨਾ ਚਾਹੁੰਦੇ ਆ
ਉਹਨਾਂ ਦਾ ਵੀ ਪਤਾ ਲੈਣਾ ਚਾਹੀਦਾ। ਇਸ ਨਵੀਂ ਜਥੇਬੰਦੀ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਕੀ ਭਵਿੱਖ ਹੋ ਸਕਦਾ ਪੰਜਾਬ ਦੇ ਵਿੱਚ? ਇਹੋ ਜਿਹੀਆਂ ਬਹੁਤ ਜਥੇਬੰਦੀਆਂ, ਇਹੋ ਜਿਹੀਆਂ 5 7 10 15 ਮੈਂ ਜਾਣਦਾ। ਅਤੇ ਦੀਪ ਸਿੱਧੂ ਨੂੰ ਇਹ ਲੱਗਦਾ ਕਿ ਇਹ ਦੁਬਾਰਾ ਕੋਈ ਐਕਟਿੰਗ ਹੈਗੀ ਆ। ਨਹੀਂ, ਲੋਕ ਜੇ ਦੀਪ ਸਿੱਧੂ ਪਿੱਛੇ ਗਏ ਸੀ ਉਹ ਤਾਂ ਆਪਣੇ ਮਸਲੇ ਨੂੰ ਹੱਲ ਕਰਨ ਲਈ, ਆਪਣੀ ਜਿਹੜੀ ਘਰੇਲੂ ਦੁੱਖ ਦਰਦ ਦੂਰ ਕਰਵਾਉਣ ਲਈ ਇਹ ਨਵਾਂ ਇੱਕ ਲੀਡਰ ਆਇਆ, ਨਵਾਂ ਨੌਜਵਾਨ ਆਇਆ। ਇਹ ਪੜ੍ਹਿਆ ਲਿਖਿਆ ਨੌਜਵਾਨ, ਇਹ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਇਆ। ਅਤੇ ਹੋ ਸਕਦਾ ਜੋ ਇਹ ਗੱਲਾਂ ਕਹਿ ਰਿਹਾ ਸੱਚੇ ਦਿਲੋਂ ਹੋਣ ਜੀ। ਪਰ ਜਿਉਂ ਹੀ ਉਹਨਾਂ ਨੇ ਇੱਕ ਵਾਰੀ ਪਰਤਾ ਲਿਆ ਤਾਂ ਹੁਣ ਕੀ ਬਸ ਹੁਣ ਤਾਂ ਇਹਨਾਂ ਦਾ ਫਿਊਚਰ ਕੀ ਹੈ? ਉਹ ਮੈਂ ਕਿਸੇ ਆਪਣੇ ਦੋਸਤ ਨੂੰ ਪੁੱਛਿਆ ਵੀ ਇਹ ਕਾਹ ਬਣ ਗਈ ਆ, ਇੱਕ ਵਾਰਸ ਪੰਜਾਬ ਦੇ ਆ ਗਏ, ਹੋਰ ਛੋਟੇ ਛੋਟੀਆਂ ਬਹੁਤ ਜਥੇਬੰਦੀਆਂ, ਢੀਂਡਸੇ ਹੋਣੀ ਪਹਿਲਾਂ ਹੀ ਆਪਣੀ ਕੁੱਲੀ ਪਾਈ ਬੈਠੇ ਆ, ਕੋਈ ਦੁਕਾਨ 'ਤੇ ਸੌਦਾ ਨਹੀਂ ਲੈਣ ਆਉਂਦਾ, ਜਿਹੜਾ ਵੀ ਕੋਈ ਲਾਗੋਂ ਦੀ ਲੰਘਦਾ ਉਹ ਕਹਿੰਦੇ ਆ ਜਾ। ਹੁਣ ਕਹਿੰਦੇ ਆ ਇਹਨੂੰ ਕਹਿ ਤਾ। ਪਹਿਲਾਂ ਇੱਕ ਵਿਚਾਰਾ ਆਪਣੇ ਨਾਲੋਂ ਵੀ ਮੁਸ਼ਕਿਲ ਨਾਲ ਖੜਾ ਹੁੰਦਾ, ਉਹ ਸਾਡੇ ਬਹੁਤ ਰਿਸਪੈਕਟਡ ਹੈ, ਮੈਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦਾ, ਬ੍ਰਹਮਪੁਰੇ ਉਹਨਾਂ ਨੂੰ, ਉਹ ਭਾਵੇਂ ਮੈਨੂੰ ਜਾਣਨ ਨਾ ਜਾਣ। ਸਾਡੇ ਇੱਕ ਦੋਸਤ ਬਹੁਤ ਚੰਗੇ ਨੇੜੇ ਦੇ ਪੁਰਾਣੇ ਦੋਸਤ ਹੈ, ਉਹਨਾਂ ਦੇ ਮਾਮੇ, ਅਤੇ ਮੈਂ ਗੱਲਾਂ ਸੁਣਦਾ ਰਿਹਾ ਉਹਨਾਂ ਬਾਰੇ। ਉਹਨਾਂ ਕੋਲ ਖੜਾ ਨਹੀਂ ਹੋਇਆ ਜਾਂਦਾ, ਉਮਰ ਆ ਸਾਡੀ ਵੀ ਹੋਣੀ ਆ, ਅਸੀਂ ਵੀ ਕੱਲ੍ਹ ਨੂੰ ਐਵੇਂ ਲੱਤਾਂ ਘਸੀਟ ਚੱਲਣਾ। ਉਹਨਾਂ ਨੂੰ ਅੱਗੇ ਲਾ ਲਿਆ ਫੜ ਕੇ, ਆਪ ਵੀ 80 ਸਾਲ ਦਾ, ਇੱਕ 80 ਸਾਲ ਦਾ ਨੌਜਵਾਨ ਹੋਰ ਲੱਭ ਲਿਆ, ਅਮਰਿੰਦਰ ਸਿੰਘ। ਇਹ ਤਿੰਨੇ ਹੀ ਹੁਣ ਆਪਣਾ ਇੱਕ ਦੂਜੇ ਨੂੰ ਜੱਫੀ ਪਾ ਕੇ ਅਤੇ ਪੰਜਾਬ ਦੀ ਜਿਹੜੇ ਆ ਨਕਸ਼ਾ ਬਦਲਣਗੇ, ਇੱਥੋਂ ਦੀ ਰਾਜਨੀਤੀ ਦਾ। ਉਹਨੂੰ ਆਵਾਜ਼ਾਂ ਮਾਰ ਰਿਹਾ ਬੈਠਾ। ਇਹ ਮੈਂ ਪੁੱਛਿਆ ਵੀ ਯਾਰ ਇੱਥੇ ਬੜਾ ਹੀ ਤੀਜਾ ਫਰੰਟ ਬਣ ਰਿਹਾ, ਇਹਦਾ ਮਤਲਬ ਸਾਰੀਆਂ ਪਾਰਟੀਆਂ ਨੂੰ ਹੁੰਜਾ ਫੇਰ ਦੂ। ਕਹਿੰਦਾ ਮੈਨੂੰ ਅੱਗਿਓਂ ਉਹ ਸਟੋਰੀਆਂ ਨੇ, ਬੰਦਾ ਪ੍ਰੋਫੈਸਰ ਅੱਗਿਓਂ। ਮੈਂ ਕਿਹਾ ਜੀ ਕੀ ਅਸਰ ਹੋ? ਕਹਿੰਦਾ ਸਿਫਰ ਦੇ ਵਿੱਚ ਜੋੜ ਦਿਓ ਸਿਫਰ, ਅਤੇ ਉਹਦੇ ਵਿੱਚ ਹੋਰ 10 ਸਿਫਰਾਂ ਜੋੜੀ ਚੱਲੋ, ਅਤੇ ਉਹਦਾ ਜਿਹੜਾ ਇਕੁਅਲ ਬਣੂਗਾ, ਜਿਹੜਾ ਜੋੜ ਬਣੂਗਾ ਉਹ ਸਿਫਰ ਰਹੂਗਾ ਜੀ। ਹਾਂਜੀ ਸਰ, ਅੱਜ ਕੱਲ੍ਹ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਕਾਫੀ ਜ਼ਿਆਦਾ ਗਰਮਾਈ ਹੋਈ ਹੈ, ਤੁਸੀਂ ਇਸ ਸਾਰੇ ਸਿਆਸਤ ਦੇ ਮਾਹੌਲ ਨੂੰ ਕਿਵੇਂ ਵੇਖਦੇ ਹੋ? ਪਹਿਲੀ ਵਾਰੀ ਹੈ ਕਿ ਬੰਦਿਆਂ ਅਤੇ ਸ਼ਖਸੀਅਤਾਂ ਦੀ ਚੁੰਗਲ 'ਚੋਂ ਅਤੇ ਕੁਝ ਘਰਾਂ ਦੇ ਚੁੰਗਲ 'ਚੋਂ ਬਾਹਰ ਨਿਕਲ ਕੇ ਰਾਜਨੀਤੀ ਸੜਕਾਂ 'ਤੇ ਆਈ ਆ, ਲੋਕਾਂ ਦੇ ਹੱਥ ਵੱਸ ਆਈ ਆ। ਔਰ ਇਹਦਾ ਮੁੱਖ ਕਾਰਨ ਸਿੱਧੂ, ਕੈਪਟਨ ਚਰਨਜੀਤ ਸਿੰਘ ਚੰਨੀ, ਜਾਂ ਹੋਰ ਜਾਖੜ, ਜਾਂ ਸੁਖਬੀਰ ਬਾਦਲ, ਜਾਂ ਭਗਵੰਤ ਮਾਨ ਅਤੇ ਉਹਨਾਂ ਦੇ ਆਕਾ ਕੇਜਰੀਵਾਲ, ਇਹ ਨਹੀਂ ਹੈਗੇ ਜੀ। ਇਹ ਜੋ ਕੁਝ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਰਾਜਨੀਤੀ ਅੱਜ ਚੱਲ ਰਹੀ ਹੈ, ਇਸ ਦਾ ਜਿਹੜੀ ਮੂਲ ਕਾਰਨ ਆ ਲੋਕਾਂ ਦੇ ਵਿੱਚ ਕਿਸਾਨ ਐਡੇ ਵੱਡੇ ਅੰਦੋਲਨ ਨੇ, ਇਤਿਹਾਸਕ ਅੰਦੋਲਨ ਨੇ, ਇੱਕ ਜੁਰਤ ਪੈਦਾ ਕਰਨੀ, ਇੱਕ ਜਾਗਰਤੀ ਪੈਦਾ ਕਰਨੀ, ਬੱਚੇ ਤੱਕ ਇਹ ਸੁਨੇਹਾ ਦੇ ਦੇਣਾ ਕਿ ਇਹ ਜਿਹੜੀ ਰਾਜਨੀਤਿਕ ਜਮਾਤ ਆ, ਇਹਨੇ ਸਾਨੂੰ ਅੱਜ ਤੱਕ ਇੰਨਾ ਜ਼ਿਆਦਾ ਕਮਜ਼ੋਰ ਕੀਤਾ ਕਿ ਆਪਾਂ ਇਹਦੇ ਤੋਂ ਕਿਵੇਂ ਮੁਕਤੀ ਪਾਉਣੀ ਆ, ਇਹਨਾਂ ਬੰਦਿਆਂ ਤੋਂ ਪਿੱਛਾ ਕਿਵੇਂ ਛਡਾਉਣਾ ਜੀ। ਫਿਰ ਜਦੋਂ ਦਬਾਅ ਇੰਨਾ ਪਿਆ ਅਤੇ 4.5 ਸਾਲ ਸਵਾਏ ਉਹ ਜਿਹੜਾ ਨਵਾਂ ਮਹਿਲ ਸਿਸਮਾਂ 'ਚ ਬਣਿਆ ਮੋਤੀ ਮਹਿਲ ਤੋਂ ਬਾਹਰ, ਉੱਥੇ ਬੈਠ ਕੇ ਆਪਣੀਆਂ ਮੌਜ ਮਸਤੀਆਂ ਕਰਨ ਤੋਂ ਇਲਾਵਾ ਕੰਮ ਹੀ ਨਹੀਂ ਕੋਈ ਕੀਤਾ। ਪਿੱਟਦੇ ਰਹੇ, ਸਾਲ ਇੱਕ ਪਿੱਟਦੇ ਰਹੇ, 2 ਸਾਲਾਂ ਤੋਂ। ਤੇ ਪ੍ਰਗਟ ਸਿੰਘ ਸਾਡੇ ਆ ਜਿਹੜੇ ਹੁਣ ਸਪੋਰਟਸ ਮਿਨਿਸਟਰ ਬਣੇ ਆ, ਉਹਨਾਂ ਨੇ ਪਬਲਿਕਲੀ ਪ੍ਰੈਸ ਕਾਨਫਰੰਸਾਂ ਕਰਕੇ ਕਰਦੇ ਵੀ ਅਸੀਂ ਲੋਕਾਂ 'ਚ ਨਹੀਂ ਜਾ ਸਕਦੇ ਜੇ ਤੂੰ ਇੱਥੇ ਬੈਠਾ ਰਿਹਾ ਜੀ। ਤੂੰ ਬਾਹਰ ਆ ਕੇ ਲੋਕਾਂ ਨੂੰ ਮੂੰਹ 'ਤੇ ਦਿਖਾ ਵੀ ਅੱਗੇ ਨਾਲੋਂ ਤਗੜਾ ਹੋਇਆ ਕਿ ਕਮਜ਼ੋਰ ਹੈ। ਤੂੰ ਕਹਿੰਦਾ ਮੈਂ ਦੁਬਾਰਾ ਚੋਣ ਲੜਨੀ ਆ, ਵੀ ਜਵਾਨੀ ਦੁਬਾਰਾ ਚੜ੍ਹ ਗਈ ਆ, ਵੀ ਸਾਨੂੰ ਮੂੰਹ ਦਿਖਾ, ਸਾਨੂੰ ਪਤਾ ਲੱਗੇ। ਕਿਸੇ ਨੂੰ ਉੱਥੇ ਪਹੁੰਚਣ 'ਤੇ ਨਹੀਂ, ਪੁਲਿਸ ਆ। ਹੁਣ ਚੰਨੀ ਨੇ ਕਿਹਾ ਕਿ ਲੈ ਜਾਓ ਆਪਣੇ ਇਹਨਾਂ ਨੂੰ, ਮੈਂ ਕੋਈ ਇੱਥੇ ਕ੍ਰਿਮੀਨਲ ਹਾਂ ਕਿ ਮੈਨੂੰ ਅੱਗੇ ਪਿੱਛੇ ਇੰਨੀ ਪੁਲਿਸ ਲਈ ਫਿਰਦੇ, ਮੈਨੂੰ 5-4 ਬੰਦੇ ਜਿਹੜੇ ਚਾਹੀਦੇ ਉਹਨੇ ਕਿ ਦੇ ਦਿਓ, ਬਾਕੀ ਤੁਸੀਂ ਸਾਰੇ ਆ ਜਿਹੜਾ ਸੈਂਕੜਿਆਂ ਦੀਆਂ 700-800 ਬੰਦਾ ਐਵੇਂ ਵਾਧੂ ਮੇਰੇ ਪਿੱਛੇ ਬੰਨਿਆ ਹੋਇਆ, ਇਹਨਾਂ ਨੂੰ ਫ੍ਰੀ ਕਰੋ, ਆਜ਼ਾਦ ਕਰ ਦਿਓ। ਇਹ ਉੱਥੇ ਕਰਦਾ ਸੀ ਕਿਉਂਕਿ ਮਜ਼ਾਰੇ ਵੀ ਉੱਥੇ ਜਾਣੇ ਆ, ਔਰ ਦੂਜਿਆਂ ਬੰਦਿਆਂ ਨੇ ਵੀ ਉੱਥੇ ਜਾਣਾ, ਮਿਲਣ ਵਾਲਿਆਂ ਨੇ ਉੱਥੇ ਜਾਣਾ, ਸਾਰਿਆਂ ਨੂੰ ਐਨ ਸੂਲੀ 'ਤੇ ਟੰਗਿਆ ਹੋਇਆ ਸੀ। ਅਤੇ ਨਿਕਲਿਆ ਵਿੱਚੋਂ ਕੀ? ਫਿਰ ਆਖਿਰ ਉਹੀ ਹੋਣਾ ਸੀ ਜੋ ਹੋਇਆ। ਫਿਰ ਹੁਣ ਰੋਂਦਾ, ਹਾਏ ਮੈਨੂੰ ਬੜਾ ਬੇਇੱਜ਼ਤ ਕਰਕੇ ਕੀਤਾ, ਬੜਾ ਬੇਇੱਜ਼ਤ। ਹੋਰ ਹਾਰ ਪਾ ਕੇ ਬੈਂਡ ਵਾਜਾ ਵਜਾਉਂਦੇ, ਤੈਨੂੰ ਹਾਰ ਪਾ ਕੇ ਕੱਢਣਾ ਸੀਗਾ। ਜਦ ਮੀਟਿੰਗ ਸੱਦੀ ਉਹਨਾਂ ਨੇ ਕਿ ਜਿਹੜੀ ਕਾਂਗਰਸ ਲੈਜਿਸਲੇਟਿਵ ਪਾਰਟੀ ਦੀ ਆ, ਰਾਵਤ ਨੇ ਅੱਜ ਬਿਆਨ ਦਿੱਤਾ ਕਿ ਇਹਨਾਂ ਨੂੰ ਬੁਲਾਇਆ ਸੀਗਾ, ਇਹਦੇ ਖਾਸ ਦੋਸਤ ਦੇ ਰਾਹੀਂ ਸੁਨੇਹਾ ਭੇਜਿਆ ਵੀ ਆ ਜਾ, ਕੰਮ ਹੋਣ ਵਾਲਾ ਹੀ, ਆ ਕੇ ਜੇ ਬਚਦਾ ਤਾਂ ਬਚਾ ਲਾ ਆਪਣੇ ਆਪ ਨੂੰ। ਬੰਦਿਆਂ ਦੀ ਲਿਸਟ ਗਈ, ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਇਹਨੂੰ ਰੱਖਣਾ।
ਤੇ ਜਦੋਂ ਬੁਲਾ ਹੀ ਲਈ ਇਹਨੂੰ ਬਿਨਾਂ ਇਹਨੂੰ ਵਿੱਚ ਬੁਲਾਇਆ ਲੀਡਰਸ਼ਿਪ ਨੇ, ਸੀਨੀਅਰ ਲੀਡਰਸ਼ਿਪ ਨੇ, ਉਹ ਬੁਲਾ ਸਕਦੇ ਆ ਇਹਨਾਂ ਦੇ ਕਾਨੂੰਨ ਦੇ ਮੁਤਾਬਕ ਜੀ। ਇਹ ਗਿਆ ਨਹੀਂ, ਇਹ ਸਿੱਧਾ ਗਵਰਨਰ ਕੋਲ ਭੱਜਿਆ, ਕੰਮ ਪਤਾ ਲੱਗ ਗਿਆ ਸੀ ਹੋ ਗਿਆ, ਤੇ ਬਾਹਰ ਆ ਕੇ ਫਿਰ ਰੋਣਾ ਪਿੱਟਣਾ, ਹਾਏ ਓਏ ਮੇਰੇ ਨਾਲ ਆ ਹੋ ਗਈ, ਹਾਏ ਉਹ, ਹੋਰ ਫਿਰ ਕੀ ਹੋਣਾ ਸੀ। ਇਹ ਹੋਇਆ ਨਹੀਂ, ਆਪਣੇ ਸਿਰ ਆਪ ਸਵਾਹ ਪਾਈ ਆ ਕੈਪਟਨ ਨੇ ਜੀ। ਉਹ ਆਪਣੇ ਆਪ ਨੂੰ ਮਹਾਰਾਜਾ ਵੀ ਸਮਝੀ ਜਾਵੇ, ਕੈਪਟਨ ਵੀ ਸਮਝੀ ਜਾਵੇ, ਤੇ ਚੀਫ ਮਿਨਿਸਟਰ ਨਾ ਸਮਝੇ, ਕਿਉਂਕਿ ਚੀਫ ਮਿਨਿਸਟਰ ਹੋਵੇ ਤੇ ਉਹਨੂੰ ਫਿਰ ਉੱਥੇ ਆਪਣੀ ਕੋਠੀ 'ਚ ਵੀ ਰਹਿਣਾ, ਕੈਂਪ ਤੋਂ ਵੀ ਕੰਮ ਵੀ ਕਰਨਾ। ਜਿਹੜੀ ਸਰਕਾਰੀ ਕੋਠੀ ਹੈ ਉਹ ਛੱਡੀ ਐਵੇਂ ਮੱਲ ਛੱਡੀ, ਉਹ ਸਾਡੇ ਹੀ ਕਿਤੇ ਤੁਹਾਡੇ ਵਰਗਿਆਂ ਨੂੰ ਦੇ ਦਿੰਦੇ, ਤੁਸੀਂ ਉੱਥੋਂ ਚੈਨਲ ਚਲਾਉਂਦੇ, ਇੰਨੀ ਸੋਹਣੀ ਜਗ੍ਹਾ ਹੈ ਨਾ, ਉਹ ਖਾਲੀ ਰੱਖ ਛੱਡੀ। ਦਫ਼ਤਰ 'ਚ ਨਹੀਂ ਗਿਆ, ਦਫ਼ਤਰ ਦੇ ਵਿੱਚ ਇੰਨੀ ਰੈਨੋਵੇਸ਼ਨ ਹੋਈ ਵੀ ਜੀ ਰਾਜਾ ਜੀ ਆ ਰਹੇ, ਰਾਜਾ ਜੀ ਆ ਰਹੇ, ਕੋਈ ਨਹੀਂ ਬੈਠਾ, ਕੁਰਸੀ ਐਨ ਮਿੱਟੀ ਪਈ ਹੋਈ, 2 ਦਿਨ ਚੰਨੀ ਨੂੰ ਸਾਫ਼ ਕਰਾਉਣ ਨੂੰ ਲੱਗੇ ਆ ਉੱਥੇ, ਕਿਉਂਕਿ ਗਿਆ ਹੀ ਨਹੀਂ ਕਦੀ। ਹੁਣ ਜਦੋਂ ਇਹੋ ਜਿਹੇ ਬੰਦੇ ਜਦੋਂ ਬਾਹਰ ਜਾਓਗੇ, ਲੋਕ ਖੁਸ਼ ਨਹੀਂ ਹੋਣਗੇ। ਹੁਣ ਜਿਹੜਾ ਅੱਗੇ ਹੋਇਆ ਉਹ ਵੀ ਚੰਗਾ, ਇੱਕ ਪਾਵਰ ਬੈਲੈਂਸ ਬਣ ਗਿਆ। ਇੱਕ ਪਾਸੇ ਪਾਰਟੀ ਆ, ਨਵਜੋਤ ਸਿੰਘ ਸਿੱਧੂ ਉਹਦੇ ਪ੍ਰਧਾਨ ਆ, ਦੂਜੇ ਪਾਸੇ ਧਰਤੀ ਤੋਂ ਪੈਦਾ ਹੋਏ, ਐਨ ਗਰਾਊਂਡ ਤੋਂ ਉੱਠੇ ਹੋਏ, ਕਿ ਜਿਨ੍ਹਾਂ ਦੇ ਘਰ ਦੇ ਉੱਤੇ ਕਦੀ ਛੱਤ ਨਹੀਂ ਸੀ, ਸਰਦਾਰ ਚਰਨਜੀਤ ਸਿੰਘ ਚੰਨੀ। ਮੈਂ ਮਾਣਨਾ ਕਹਿਣਾ ਇਸ ਲਈ ਨਹੀਂ ਕਿ ਮੈਂ ਨਿੱਜੀ ਤੌਰ 'ਤੇ ਜਾਣਦਾ, ਮੈਂ ਸਿਰਫ ਇੱਕ ਵਾਰੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ 2 ਮਿੰਟ ਲਈ ਮਿਲਿਆ, ਕਦੀ ਨਹੀਂ ਮੈਂ ਮਿਲਿਆ, ਨਾ ਮੇਰੀ ਕੋਈ ਕਦੀ ਟੈਲੀਫੋਨ 'ਤੇ ਗੱਲ ਹੋਈ। ਪਰ ਜਿਸ ਤਰੀਕੇ ਦੇ ਜੁਝਾਰੂ ਬੰਦੇ, ਮਤਲਬ ਜਿਹੜੇ ਥੱਲਿਓਂ ਜ਼ਿੰਦਗੀ ਦੇ ਵਿੱਚ ਤਕਲੀਫਾਂ ਚੱਲਦੇ, ਉਹ ਜਦੋਂ ਰਾਜੇ ਵਾਲੀ ਕੁਰਸੀ 'ਤੇ ਬਹਿੰਦੇ ਆ ਤੇ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ। ਸਾਨੂੰ ਐਂ ਲੱਗਦਾ ਕਿ ਸਿੱਖੀ ਵਾਲਾ ਜਿਹੜਾ ਮਿਸ਼ਨ ਬਾਬਾ ਨਾਨਕ ਸਾਡੇ ਲਈ ਛੱਡ ਗਏ ਸੀ, ਜਿਹਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰਤਾ ਤੇ 5 ਪਿਆਰੇ ਇਹਨਾਂ ਸਮੁਦਾਇ 'ਚੋਂ ਸਾਜੇ ਸੀਗੇ, ਉਹ ਮਿਸ਼ਨ ਪਹਿਲੀ ਵਾਰੀ ਸਿੰਬੋਲਿਕ ਤੌਰ 'ਤੇ ਘੱਟੋ ਘੱਟ ਪੂਰਾ ਹੋਇਆ ਕਿ ਆਹ ਦੇਖੋ ਇਹ ਸਾਜੇ ਜੀ, ਹੈ ਨਾ। ਇਸ ਲਈ ਇਹਨਾਂ ਦਾ ਜਾਣਾ ਮਹਾਰਾਜਿਆਂ ਦਾ, ਔਰ ਇਹਨਾਂ ਦਾ ਚੰਨੀ ਸਾਹਿਬ ਦਾ ਕੁਰਸੀ 'ਤੇ ਬੈਠਣਾ, ਔਰ ਸਿੱਧੂ ਸਾਹਿਬ ਦਾ ਪਿੱਠ ਸਿਆਪਾ ਪਾਉਣਾ ਕਿ ਬਿਲਕੁਲ ਹੀ ਨਾ ਆਪਣੇ ਆਪ ਨੂੰ ਸਮਝੀ ਜਾਇਓ ਮੈਂ ਵੀ ਹੈ, ਉਸ ਨੂੰ ਕੁਰਸੀ ਨੂੰ ਥੱਲਿਓਂ ਐਂ ਖਿੱਚਣ ਵਾਲਾ ਮੈਂ ਹਾਂ, ਤੁਸੀਂ ਮੈਨੂੰ ਬਿਲਕੁਲ ਹੀ ਭੁੱਲ ਗਏ। ਤੇ ਉਹਨੇ ਰਜਾਈ ਦੇ ਕੇ ਆਪਣਾ ਚੇਤਾ ਕਰਾਇਆ। ਹਾਲਾਂਕਿ ਤਰੀਕਾ ਥੋੜ੍ਹਾ ਜ਼ਿਆਦਾ ਬੰਬਾਸਟਿਕ ਸੀਗਾ, ਥੋੜ੍ਹਾ ਘੱਟ ਬੰਬ ਚਲਾਉਣਾ ਚਾਹੀਦਾ, ਕਿਉਂਕਿ ਜਦੋਂ ਪ੍ਰਧਾਨ ਹੋ ਜੋ ਲੋਕ ਕਹਿੰਦੇ ਆ ਕਿ ਨਹੀਂ ਸਲੀਕਾ ਹੋਣਾ ਚਾਹੀਦਾ, ਸਲੀਕਾ ਥੋੜ੍ਹਾ ਡਿਸਪ੍ਰਪੋਰਸ਼ਨੇਟ ਹੋ ਗਿਆ। ਪਰ ਹੋ ਸਕਦਾ ਏਡੇ ਵੱਡੇ ਬੰਬ ਨਾਲ ਹੀ ਕੰਮ ਸੂਤਰ ਆਉਂਦਾ, ਆਪਾਂ ਨੂੰ ਕੀ ਪਤਾ। ਸੂਤਰ ਆ ਗਿਆ, ਹੁਣ ਦੋਵੇਂ ਇੱਕ ਬੈਲੈਂਸ ਜਿਹਾ ਬਣ ਗਿਆ ਇਹਨਾਂ ਦਾ। ਕੈਪਟਨ ਸਾਹਿਬ ਇੱਕ ਚੀਜ਼ ਜਿਹੜੀ ਹੋਰ ਮੈਂ ਜ਼ਰੂਰ ਕਹੂੰਗਾ, ਉਦੋਂ ਬਾਅਦ ਜਦੋਂ ਪਹਿਲਾਂ ਕਿ ਅਗਲਾ ਸਵਾਲ ਲਵਾਂ, ਤੁਸੀਂ ਦੇਖਿਆ ਕਿ ਸਿੱਧੂ 'ਤੇ ਬਾਰ-ਬਾਰ ਅਟੈਕ ਕਰਦੇ, ਇੰਨੀ ਦਰਦ ਸਿੱਧੂ ਦੀ, ਤੂੰ ਤਾਂ ਕਹਿੰਦੇ ਮੈਂ ਸਮਝਦਾ ਹੀ ਕੁਛ ਨਹੀਂ ਕਿਸੇ ਨੂੰ, ਹੁਣ ਕਹਿੰਦਾ ਮੈਂ ਉਹਨੂੰ ਢਾਲੂੰਗਾ, ਮੈਂ ਉਹਨੂੰ ਜਿੱਤਣ ਨਹੀਂ ਦੇਣਾ। ਕਿਹੜੀ ਤੁਹਾਡੇ ਕੋਲ ਤੋਪ ਆ ਵੀ ਜਿਹੜੀ ਚਲਾ ਦੋਗੇ ਹੈ? ਕਿਵੇਂ ਉਹਨੂੰ ਹਰਾ ਦੋਗੇ? ਤੁਸੀਂ ਕਰ ਲਓ, ਹਰਾ ਵੀ ਸਕਦੇ ਆ, ਪਰ ਸਿੱਧੂ ਦੇ ਜਿਹੜੀ ਜਨਤਾ ਉਹਨੂੰ ਕਿਵੇਂ ਹਰਾਓਗੇ? ਸਾਰੇ ਪੰਜਾਬ ਦੇ ਜਿਹੜੇ ਇੰਡੀਆ ਦੇ ਵਿੱਚ ਉਹਦੇ ਸਾਰੇ ਫੈਨ ਫਾਲੋਅਰਸ ਹੈ, ਉਹਨਾਂ ਨੂੰ ਤੁਸੀਂ ਕਿਵੇਂ ਬਲੇਟ ਦੋਗੇ? ਅਤੇ ਦੂਜੀ ਇਹਨੂੰ ਦੇਸ਼ ਭਗਤੀ ਦੀ ਬਿਮਾਰੀ ਪਤਾ ਨਹੀਂ ਕਿੱਥੋਂ ਲੱਗ ਗਈ ਹੈ। ਇਹਨਾਂ ਦੇ ਮਾਂ ਬਾਪ ਜਾਂ ਜਿਹੜੇ ਵੱਡੇ ਵਡੇਰੇ ਸੀ ਸਾਰੇ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਸੀ। ਅੰਗਰੇਜ਼ ਇੱਥੇ ਫਾਂਸੀਆਂ ਦੇ ਰਹੇ ਸੀਗੇ, ਸਰਾਭੇ ਨੂੰ, ਭਗਤ ਸਿੰਘ ਨੂੰ, ਬੱਬਰ ਅਕਾਲੀਆਂ ਨੂੰ, ਹੋਰ ਗਦਰਾਈਟਸ ਨੂੰ। ਕਿੰਨੇ ਲੋਕਾਂ ਨੇ ਕੁਰਬਾਨੀਆਂ ਪੰਜਾਬ 'ਚ ਦਿੱਤੀਆਂ, ਬੰਗਾਲੀਆਂ ਨੇ ਕਿੰਨੀਆਂ ਦਿੱਤੀਆਂ। ਇਹ ਨਾਲ ਰਲ ਕੇ ਆਪਣੀਆਂ ਰਾਜਾਸ਼ਾਹੀ ਮੌਜ ਮਸਤੀਆਂ ਉਦੋਂ ਵੀ ਕਰ ਰਹੇ ਸੀ। ਇਹ ਹੁਣ ਆ ਕੇ ਅਜੇ ਵੀ ਮੌਜ ਮਸਤੀਆਂ। ਵੀ ਜੇ ਤੂੰ ਐਡਾ ਵੱਡਾ ਕੈਪਟਨ ਆ ਤੇ ਬਾਰ-ਬਾਰ ਤੂੰ ਤੇਰੇ ਅੰਦਰ ਦੇਸ਼ ਭਗਤੀ ਇੰਨੀ ਜਾਗਦੀ ਹੈ ਕਿ ਤੂੰ ਰੋਜ਼ ਕਹਿਣਾ ਕਿ ਉੱਥੇ ਜਾ ਕੇ ਬਾਜਵੇ ਨੂੰ ਕਿਉਂ ਮਿਲ ਆਇਆ ਸਿੱਧੂ ਜੀ, ਕਰਤਾਰਪੁਰ ਦਾ ਲਾਂਘਾ ਤੇ ਖੁੱਲ੍ਹਣਾ ਹੀ ਨਹੀਂ ਸੀ ਚਾਹੀਦਾ। ਇਹਦਾ ਮਤਲਬ ਤਾਂ ਇਹੀ ਹੈ ਵੀ ਇਹਦਾ ਇਸ ਗੱਲ ਦਾ ਦੁੱਖ ਹੈ ਇਹਨੂੰ ਕਿ ਕਰਤਾਰਪੁਰ ਦਾ ਲਾਂਘਾ ਕਿਉਂ ਖੁੱਲ੍ਹ ਗਿਆ। ਉਹ ਵੀ ਪਾਕਿਸਤਾਨ ਦੇ ਇਨੀਸ਼ੀਏਟਿਵ 'ਤੇ ਖੁੱਲ੍ਹ ਗਿਆ, ਔਰ ਉਹ ਵੀ ਨਵਜੋਤ ਸਿੰਘ ਸਿੱਧੂ ਜਾ ਕੇ ਗਿਆ ਤੇ ਉੱਥੇ ਗੱਲ ਸ਼ੁਰੂ ਹੋਈ। ਮੈਨੂੰ ਲੱਗਦਾ ਇਹ ਜਾਲੀ ਕੰਮ ਆ ਇਹਦਾ ਕੈਪਟਨ ਦਾ। ਜੇ ਉਹ ਸੱਚੀ ਦੇਸ਼ ਭਗਤ ਆ ਤੇ ਮੈਨੂੰ ਇਹ ਦੱਸੇ ਕਿ ਆਰਮੀ 'ਚੋਂ ਆਇਆ ਕੀ ਲੈਣ ਸੀ, ਇਹ ਪੋਲੀਟਿਕਸ ਕੀ ਲੈਣਾ? ਉੱਥੇ ਸ਼ਹੀਦ ਹੁੰਦਾ, ਉੱਥੇ ਆਪਣੀ ਕੈਪਟਨੀ ਤੋਂ ਗਾਂਹ ਜਾ ਕੇ ਭਾਵੇਂ ਸਾਡੇ ਵੱਲੋਂ ਜਨਰਲ ਬਣਦਾ, ਜੋ ਮਰਜ਼ੀ ਬਣਦਾ, ਜਾਂ ਭਾਵੇਂ ਰਾਵਤ ਵਾਲੀ ਪੋਜੀਸ਼ਨ CDS ਵਾਲੀ ਲੈ ਲੈਂਦਾ, ਚੀਫ ਆਫ ਡਿਫੈਂਸ ਸਟਾਫ ਬਣ ਜਾਂਦਾ। ਸਾਨੂੰ ਵੀ ਲੱਗਦਾ ਕਿ ਇੱਕ ਪਾਸੇ ਸਾਡਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੰਜਾਬ ਤੋਂ ਬੈਠਾ, ਦੂਜਾ ਚੀਫ ਆਫ ਡਿਫੈਂਸ ਸਟਾਫ ਜਿਹੜਾ ਸਾਡਾ ਕੈਪਟਨ ਅਮਰਿੰਦਰ ਸਿੰਘ ਬਣੇ। ਛੱਡ ਕੇ ਆ ਗਏ ਕਿਉਂਕਿ ਕੰਮ ਨਹੀਂ ਕਰਨਾ ਉੱਥੇ। ਪਤਾ ਨਹੀਂ ਪਿੱਛੇ ਕਿਤੇ ਦਫ਼ਤਰ 'ਚ ਬੈਠਾ ਮਾੜਾ ਮੋਟਾ ਕੈਪਟਨ ਹੋਣਾ ਉੱਥੇ। ਇਹ ਥੋੜ੍ਹੀ ਕਿ ਕਿਤੇ ਜਾ ਕੇ ਗੋਲੀਆਂ ਚਲਾਈਆਂ। ਇਹ ਪੋਲੋ ਖੇਲਣ ਵਾਲੇ ਤੁਹਾਡੇ ਲੜਾਈਆਂ ਦੇ ਵਿੱਚ ਕੰਮ ਕਰਨਗੇ।
ਜੀ ਹਾਂ ਇਸ ਕਰਕੇ ਮੇਰਾ ਖਿਆਲ ਤੇ ਉਹਨੂੰ ਤੇ ਮੇਰੇ ਵਾਂਗੂ ਆਰਾਮ ਨਾਲ ਘਰ ਬਹਿਣਾ ਚਾਹੀਦਾ। ਇਹ ਮੈਨੂੰ ਪੋਲੋ ਸਿਖਾਏ ਤੇ ਮੈਂ ਇਹਨੂੰ ਬੈਡਮਿੰਟਨ ਸਿਖਾਉਣਾ। ਆਪਣਾ ਸ਼ਾਂਤ ਦਾ ਜੀਵਨ ਜਿਹੜਾ ਕਰਨਾ ਚਾਹੀਦਾ। ਐਵੇਂ ਹੀ ਤੁਸੀਂ ਹੁਣ ਕੁੱਕੜ ਖੇਡ ਆਈ ਜਾਂਦੇ ਆ ਤੇ ਉਹ ਜਾ ਕੇ ਉਹ ਤੁਹਾਨੂੰ ਆਵਾਜ਼ਾਂ ਮਾਰੀ ਜਾਂਦਾ ਢੀਂਡਸਾ, ਤੁਸੀਂ ਢੀਂਡਸੇ ਨਾਲ ਜਾ ਕੇ ਬਹਿ ਜਾਓ ਤੇ ਢੀਂਡਸਾ ਤੁਹਾਡੇ ਨਾਲ ਬਹਿ ਜੇ, ਕੀ ਕਰੋਗੇ ਉੱਥੇ? ਹਾਂਜੀ ਸਰ, ਇਹ ਵੀ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਨਵੀਂ ਪਾਰਟੀ ਦਾ ਗਠਨ ਕਰ ਸਕਦੇ ਆ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਬਸ ਜੋ ਮੇਰੀ ਦੀਪ ਸਿੱਧੂ ਬਾਰੇ ਹੈ, ਹੋਰ ਇੱਥੇ ਨਵੀਂ ਪਾਰਟੀ ਕਿਤੇ ਰਾਤੋਂ ਰਾਤ ਜਨਮ ਲੈ ਲੈਂਦੇ ਆ। ਹਾਂ ਇਹ ਖਲਾਰਾ ਜ਼ਰੂਰ ਪਾ ਸਕਦਾ, ਕਿਉਂਕਿ ਉਹ ਹੁੰਦਾ ਜਦੋਂ ਤੁਸੀਂ ਲੋਕ ਵਿਰੋਧੀ ਆਪਣਾ ਭੂਮਿਕਾ ਨਿਭਾਉਣੀ ਆ, ਫਿਰ ਇਹ ਖੁੱਲ੍ਹ ਕੇ ਨਾਚ ਨੱਚਦੇ ਆ। ਤੇ ਕੁਝ ਸਮਾਜ ਦੇ ਅੰਦਰ ਵੀ ਇਤਿਹਾਸ ਦੇ ਅੰਦਰ ਵੀ ਦੋਵੇਂ ਤਾਕਤਾਂ ਬਰਾਬਰ ਚੱਲਦੀਆਂ। ਜਿਹੜੀਆਂ ਈਵਲ ਫੋਰਸਿਸ ਜਿਨ੍ਹਾਂ ਨੂੰ ਕਹਿੰਦੇ ਆ ਉਹ ਵੀ ਚੱਲਦੀਆਂ ਤੇ ਦੇਵਤਿਆਂ ਵਾਲੀਆਂ ਸ਼ਕਤੀਆਂ ਵੀ ਨਾਲੋਂ ਨਾਲ ਚੱਲਦੀਆਂ। ਇਹ ਜਿਹੜੀਆਂ ਈਵਲ ਡਿਜ਼ਾਈਨ ਹੈਗੇ ਆ, ਘਿਨਾਉਣੇ ਡਿਜ਼ਾਈਨ ਕਹਿ ਲਓ, ਘਾਤਕ ਡਿਜ਼ਾਈਨ ਕਹਿ ਲਓ, ਉਹ ਇਹ ਉੱਥੋਂ ਹੋਮ ਮਿਨਿਸਟਰ ਦੇ ਨਾਲ ਬਣਾ ਆਏ, ਉੱਥੋਂ ਥਾਪੜਾ ਲੈ ਆਏ ਆ ਤੇ ਆਉਂਦਿਆਂ ਜਾ ਕੇ ਏਅਰਪੋਰਟ ਦੇ ਉੱਤੇ ਉਤਰਦਿਆਂ ਸਾਰੀ ਬਿਆਨ ਦਿੱਤਾ ਵੀ ਕਾਂਗਰਸ ਤੇ ਮੈਂ ਛੱਡ ਰਿਹਾ ਤੇ ਬੀਜੇ 'ਚ ਮੈਂ ਜਾ ਨਹੀਂ ਰਿਹਾ। ਇਹਦਾ ਮਤਲਬ ਇਹੀ ਹੈ ਕਿ ਮੈਂ ਫਿਰ ਇੱਕ ਨਵੀਂ ਪਾਰਟੀ ਬਣਾ ਰਿਹਾ। ਪਾਰਟੀ ਬਣਾ ਲਓ, ਪਾਰਟੀ ਕਿਤੇ ਚਾਹ ਦਾ ਕੱਪ ਤਿਆਰ ਕਰਨਾ ਪਤੀਲੇ 'ਚ ਪਾ ਕੇ ਹੈ। ਉਹ ਨਹੀਂ ਹੈ ਕਿ ਜਿਹੜਾ ਆ ਕੇ ਤੁਸੀਂ ਪਲੇਅਰਾਂ ਨੂੰ ਆ ਕੇ ਲੰਚ ਦੇ ਦਿੱਤਾ ਤੇ ਉਹਦੇ ਵਾਂਗੂ ਕੜਛੀ ਫੇਰ ਕੇ ਤੇ ਬਸ ਪਾਰਟੀ ਬਣ ਜਾਣੀ ਆ। ਇਹ ਬਣੀ ਬਣਾਈ ਗੱਡੀ 'ਚ ਚੜ੍ਹਨਾ ਸੌਖਾ, ਆਪਣੀ ਗੱਡੀ ਬਣਾਉਣੀ ਬੜੀ ਔਖੀ ਆ। ਅਜੇ ਵੀ ਮੈਂ ਕਹਿੰਦਾ ਬਣਾ ਕੇ ਵੇਖਣੀ ਹੈ ਤੇ ਵੇਖ ਲਓ। ਮੈਂ ਵੀ ਇੱਕ ਵਾਰੀ ਬਣਾਈ ਸੀ, ਅਸੀਂ ਤੇ ਜਿੱਦ 'ਚ ਬਣਾਈ ਸੀ, ਕਿਸੇ ਦੇ ਮਤਲਬ ਕੋਈ ਸ਼ੌਕ 'ਚ ਜਾਂ ਆਪਣੀ ਵੱਲੋਂ ਨਹੀਂ ਸੀ ਬਣਾਈ। ਮੈਨੂੰ ਸਾਰਾ ਪਤਾ ਵੀ ਇਹ ਪਾਰਟੀ ਕਿਵੇਂ ਬਣਦੀ, ਕੀ ਹੁੰਦਾ ਆ। ਤੇ ਕੈਪਟਨ ਸਾਹਿਬ ਚੁੱਪ ਕਰਕੇ ਇਹਨਾਂ ਲਈ ਚੰਗਾ ਇਹੀ ਸੀ ਕਿ ਇਹ ਘਰ ਬਹਿੰਦੇ, ਪਰ ਹੁਣ ਇਹ ਪਾਰਟੀ ਕਿਉਂ ਬਣਾ ਰਹੇ ਸੁਣ ਲਓ। ਇਹਨਾਂ ਦੇ ਕਹਿੰਦੇ ਆ ਜਵਾਈ ਹੈ ਉਹਦੇ ਖਾਸੇ ਕਪੜੇਬਾਜ਼ੀ ਦੇ, ਕੋਈ ਤੇ 200-300 ਕਰੋੜ ਦੀਆਂ ਗੱਲਾਂ ਕਰਦੇ, ਵੱਡਾ ਕਪੜੇਬਾਜ਼ੀ ਦੇ ਕੋਈ ਕਾਗਜ਼ ਸੈਂਟਰ ਕੋਲੋਂ ਇਨਕੁਆਇਰੀ ਤੋਂ ਬਾਅਦ ਹੈਗੇ, ਈਡੀ ਕੋਲ ਜਾਂ ਹੋਰ ਸਾਰੇ ਕੋਲ। ਆਪਣੇ ਮੁੰਡੇ ਦੇ ਵੀ ਇਹਦੇ ਚਰਚਾ ਹੋਈ ਸੀ ਪਿੱਛੇ। ਇਹ ਸਾਰੇ ਹੈਗੇ ਤੇ ਤੁਹਾਨੂੰ ਪਤਾ ਰਾਜੇ ਆ ਨਾ, ਕੰਮ ਤੇ ਪੁੱਠੇ ਹੀ ਸੀ ਰਾਜਿਆਂ ਦੇ, ਪਹਿਲਾਂ ਵੀ ਹੁਣ ਵੀ। ਇੱਕ ਪਾਸੇ ਪਾਕਿਸਤਾਨ ਨਾਲ ਪਿਆਰ ਵੀ ਬਹੁਤ ਹੈਗਾ, ਇੱਕ ਪਾਸੇ ਪਾਕਿਸਤਾਨ ਨਾਲ ਜੱਫੀਆਂ ਵੀ ਹੈਗੀਆਂ ਤੇ ਨਾਲ ਉਹਦੇ ਨਾਲ ਉਹਨਾਂ ਦੇ ਬ੍ਰੇਕ ਬੈਟਸ ਵੀ ਹੈਗੇ ਆ। ਇਹ ਦੋਵੇਂ ਕੰਮ ਨਹੀਂ ਚੱਲਦੇ ਹੈਗੇ। ਤੇ ਦੂਜੇ ਪਾਸੇ ਜਿਹੜਾ ਆਪਣੀ ਇਹਨਾਂ ਦੀ ਧਰਮ ਪਤਨੀ ਹੈਗੀ ਆ ਪ੍ਰਨੀਤ ਕੌਰ, ਉਹਨਾਂ ਦਾ ਵੀ ਸਵਿਸ ਬੈਂਕਾਂ ਦਾ ਰੌਲਾ ਪਿਆ ਸੀ। ਇਹਨਾਂ ਦੇ ਆਪਣੇ ਵੀ ਰੌਲੇ ਹੈਗੇ ਆ। ਉਹ ਤੇ ਫਾਈਲਾਂ ਜ਼ਬਰਦਸਤੀ ਬੰਦ ਕੀਤੀਆਂ, ਸਿਟੀ ਸੈਂਟਰ ਲੁਧਿਆਣੇ ਦਾ ਤੇ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦਾ, ਉੱਥੇ ਤੇ ਉਹਨਾਂ ਨੇ ਚੇਅਰਮੈਨ ਫੱਟ ਦੇਣੀ ਬਦਲਤਾ। ਉਹ ਫਾਈਲ ਚੱਲ ਪਈ ਹੋਣੀ ਆ ਸਿਟੀ ਸੈਂਟਰ ਵਾਲੇ ਵੀ। ਹੁਣ ਇਹ ਘਰ ਬੈਠੇ ਤੇ ਕਿਵੇਂ ਬੈਠੇ, ਜਦੋਂ ਪੁੱਠੇ ਕੰਮ ਇੰਨੇ ਕੀਤੇ ਹੋਣ ਤੇ ਨੀਂਦ ਹਰਾਮ ਹੋ ਜਾਂਦੀ ਵੀ ਕਦੀ ਵੀ ਕੋਈ ਬਿਜਲੀ ਗਿਰ ਸਕਦੀ, ਅਸਮਾਨੀ ਬਿਜਲੀ। ਇਹ ਭੱਜ ਕੇ ਤਾਂ ਗਏ ਉੱਥੇ ਕਿ ਮੈਨੂੰ ਬਚਾ ਲਓ। ਉਹਨੇ ਕਿਹਾ ਕੈਪਟਨ ਸਾਹਿਬ ਬਚਾ ਤੇ ਤੁਹਾਨੂੰ ਲੈਂਦੇ ਆ, ਆਹ ਕੰਮ ਸਾਡਾ ਕਰੋ। ਉੱਥੇ ਪੰਜਾਬ ਦੇ ਵਿੱਚ ਜਾ ਕੇ ਪੋਲੀਟਿਕਸ ਦੇ ਵਿੱਚ ਪਸੂੜੀ ਪਾਓ, ਸਾਰੀ ਜਗ੍ਹਾ ਫੁੱਟ ਪਾਓ, ਪੈਸਾ ਤੁਹਾਨੂੰ ਅਸੀਂ ਖੁੱਲ੍ਹਾ ਦੇਵਾਂਗੇ। ਆਹ ਦੇਖੋ ਸਾਡੇ ਕੋਲ ਕਮਰੇ ਭਰੇ ਪਏ ਨੋਟਾਂ ਦੇ, ਜੇ ਹੁਣੇ ਚੁੱਕ ਕੇ ਲਿਜਾਣੇ ਹੁਣੇ ਲੈ ਜਾਓ, ਬਾਅਦ 'ਚ ਲਿਜਾਣੇ ਬਾਅਦ 'ਚ ਲੈ ਜਾਓ। ਇਸ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਜਾਓ ਵੀ ਇਹ ਕਿਹੜਾ ਪੰਜਾਬ ਦਾ ਭਲਾ ਕਰੂ ਤੇ ਕਿਹੜੀ ਪਾਰਟੀ ਬਣੂ ਤੇ ਕਿਹੜੀਆਂ ਇਹਨੂੰ ਲੋਕ ਵੋਟਾਂ ਪਾਉਣਗੇ। ਮੈਨੂੰ ਤਾਂ ਲੱਗਦਾ ਇੱਕ ਵਾਰੀ ਬਣਾ ਤੇ ਲੈਣ ਸਹੀ। ਅਜੀਤ ਡੋਵਾਲ ਨੂੰ ਭਲਾ ਕਿਉਂ ਮਿਲਣ ਗਏ ਸੀ ਇਹ ਦੱਸੋ? ਵੀ ਤੁਸੀਂ ਹੋਮ ਮਿਨਿਸਟਰ ਨੂੰ ਮਿਲ ਲਏ, ਅਜੀਤ ਡੋਵਾਲ ਤੁਹਾਡਾ ਕੀ ਲੱਗਦਾ? ਉੱਥੋਂ ਨਵੇਂ ਨੁਸਖੇ ਲੈਣ ਲਈ ਵੀ ਗਏ, ਕਿਵੇਂ ਰੌਲਾ ਪਾਉਣਾ ਕਿ ਡਰੋਨ ਆ ਗਏ ਜੀ, ਉੱਥੋਂ ਡਰੱਗ ਆ ਗਈ ਜੀ, ਪਾਕਿਸਤਾਨ ਨੇ ਹਮਲਾ, ਉੱਥੋਂ ਨੁਸਖੇ ਉਹੋ ਜਿਹੇ ਲੈ ਕੇ ਆਉਂਦੇ। ਕੁਛ ਅਜੀਤ ਡੋਵਾਲ ਦੀ ਬੋਲੀ ਬੋਲਣੀ, ਕੁਛ ਇੱਥੇ ਬੀਜੇਪੀ ਦੀ ਜਿਹੜੀ ਕਿ ਉੱਥੋਂ ਗੁੜਤੀ ਲੈ ਕੇ ਆਏ ਆ ਹੋਮ ਮਿਨਿਸਟਰ ਅਮਿਤ ਸ਼ਾਹ ਵੱਲੋਂ। ਉਹਨਾਂ ਨੇ ਇਹਦੀ ਕੀਮਤ ਪਾ ਲਈ ਕਿ ਇੰਨੇ ਕੁ ਕਰੋੜ ਦਾ ਤੂੰ ਹੈਗੇ ਆ ਤੇ ਤੁਹਾਨੂੰ ਅਸੀਂ ਬਚਾ ਦਿਆਂਗੇ, ਫਾਈਲ ਨਹੀਂ ਖੋਲਾਂਗੇ। ਨਵੀਂ ਸਰਕਾਰ ਆਊ ਤੇ ਫਿਰ ਨਵੇਂ ਸਿਰਿਓਂ ਦੇਖਿਓ, ਜਿੰਨਾ ਚਿਰ ਸਾਡੀ ਆ ਅਸੀਂ ਤੁਹਾਡੀ ਫਾਈਲ ਨਹੀਂ ਖੁੱਲ੍ਹਣ ਦਿੰਦੇ। ਪਰ ਲੋਕਾਂ ਨੂੰ ਭੰਨ ਤੋੜ ਜਾਂ ਪਸੂੜੀ ਕਿਵੇਂ ਪਾਉਣੀ ਆ, ਗੰਦਲ ਚੌਧਿਆਂ ਕਿਵੇਂ ਪਾਉਣੀ ਆ ਪੰਜਾਬ ਦੀ ਰਾਜਨੀਤੀ 'ਚ, ਉਹ ਜਾ ਕੇ ਕੰਮ ਕਰੋ ਜੋ ਇਹਨਾਂ ਦੇ ਪਿਓ ਦਾਦੇ ਹਮੇਸ਼ਾ ਅੰਗਰੇਜ਼ਾਂ ਨਾਲ ਰਲ ਕੇ ਕਰਦੇ ਰਹੇ। ਜੀ ਸਰ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਦਮਨ ਜੀ ਤੁਹਾਡਾ, ਤੁਹਾਡੇ ਹੋਰਨਾਂ ਸਾਰੇ ਕੈਮਰੇ ਵਾਲਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
ਦਰਸ਼ਕੋ ਵਾਕਈ ਹੀ ਪੰਜਾਬ ਦੀ ਸਿਆਸਤ ਜਿਹੜੀ ਹੈ ਕਾਫੀ ਜ਼ਿਆਦਾ ਗਰਮਾ ਚੁੱਕੀ ਹੈ। ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਦੀ ਸਰਕਾਰ ਬਣੇਗੀ ਕੱਲ ਹਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਸਿਆਸਤ ਬਾਰੇ ਬਹੁਤ ਹੀ ਡੂੰਘਾਈ ਦੇ ਨਾਲ ਜਾਣਕਾਰੀ ਮਿਲੀ ਹੋਵੇਗੀ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।